Good morning, students. How are you? Hope you are very well at your home. Okay, let us start our next chapter, that is a president speaks. So, first we will do the vocabulary. Vision, foresight, invade, attack, conquer, win by force means जबरदस्ती जीतना. Nurture, take care, देखभाल करना, acknowledge, to accept the truth, सच्चाई ਨੂੰ ਮੰਨਣਾ. Vengeance, revenge, बदला लेना. Proclaim, declare. Pit, deep hole, डूंगा hole ਉਹਨੂੰ ਬੋਲਦੇ ਨੇ pit. Forfeit, give up. Pilfer, steal. Examination jockeys, outside helpers in the examinations. Examination jockeys ਤੁਹਾਡੇ ਲਈ ਇੱਕ ਨਵਾਂ ਸ਼ਬਦ ਆ. Examination jockeys ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਬਾਹਰੋਂ ਗਲਤ ਤਰੀਕੇ ਦੇ ਨਾਲ ਹੈਲਪ ਕਰਦੇ ਨੇ. Chuck, to throw something carelessly, ਲਾਪਰਵਾਹੀ ਦੇ ਨਾਲ ਕੋਈ ਚੀਜ਼ ਨੂੰ ਸੁੱਟਣਾ. So let us read our chapter, A President Speaks. This is not written by chapter APJ Abdul Kalam. Actually, it is a speech by Abdul Kalam. It is a speech by APJ Abdul Kalam. You all know Abdul Kalam, who he was. He was renowned scientist and a scholar in whole world. पूरे संसार ਦੇ ਵਿੱਚ ਸਾਰੇ APJ अब्दुल कलाम ਤੋਂ ਜਾਣੂ ਨੇ ਜਿਹੜੇ ਕਿ ਮਹਾਨ ਸਾਇੰਟਿਸਟ ਹੋਏ ਨੇ ਜਿਨ੍ਹਾਂ ਨੇ ਸਿਰਫ ਨਾ ਆਪਣੇ ਦੇਸ਼ ਨੂੰ ਬਲਕਿ ਪੂਰੇ ਸੰਸਾਰ ਨੂੰ ਆਪਣਾ ਯੋਗਦਾਨ ਦਿੱਤਾ. So let us read our chapter, that is I have 3 visions for India. ਅਬਦੁਲ ਕਲਾਮ ਜੀ ਕੀ ਕਹਿੰਦੇ ਨੇ ਕਿ ਮੇਰੇ ਭਾਰਤ ਦੇ ਲਈ 3 ਵਿਜ਼ਨ ਨੇ, ਸੁਪਨੇ ਨੇ. In 3000 years of our history, people from all over the world have come and invaded us, captured our lands, conquered our minds. 3000 ਸਾਲਾਂ ਦੇ ਸਮੇਂ ਦੇ ਵਿੱਚ ਭਾਰਤ ਤੇ ਵੱਖ-ਵੱਖ ਜਗ੍ਹਾ ਤੋਂ ਲੋਕਾਂ ਨੇ ਆ ਕੇ ਹਮਲਾ ਕੀਤਾ ਤੇ ਇਸ ਤੇ ਆਪਣਾ ਰਾਜ ਕੀਤਾ ਤੇ ਸਾਡੇ ਦਿਮਾਗਾਂ ਨੂੰ ਵੀ ਕਬਜ਼ੇ ਵਿੱਚ ਕੀਤਾ. From Alexander onwards, the Greeks, the Turks, the Mughals, the Portuguese, the British, the French, the Dutch, all over them came and looted us. Alexander ਤੋਂ ਲੈ ਕੇ ਗ੍ਰੀਕ, ਟਰਕ, ਮੁਗਲਸ ਸਾਰੇ ਸਾਡੇ ਕੋਲ ਆਏ. ਉਹਨਾਂ ਨੇ ਸਾਡੇ ਦੇਸ਼ ਤੇ ਹਮਲਾ ਕੀਤਾ, ਸਾਨੂੰ ਲੁੱਟਿਆ. Yet we have not done this to any other nation. ਇਸ ਦੇ ਬਾਵਜੂਦ ਵੀ ਭਾਰਤ ਨੇ ਸਭ ਕੁਝ ਕਿਸੇ ਹੋਰ ਨਾਲ ਨਹੀਂ ਕੀਤਾ. We have not conquered anyone. ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਜਿੱਤਿਆ. We have not grabbed their land. ਅਸੀਂ ਕਿਸੇ ਦੀ ਜ਼ਮੀਨ ਨਹੀਂ ਜ਼ਬਤ ਕੀਤੀ. Their culture and their history and tried to enforce our way of life on them. Why? ਨਾ ਤਾਂ ਅਸੀਂ ਕਿਸੇ ਦੇ ਕਲਚਰ ਤੇ ਆਪਣਾ ਕਲਚਰ ਥੋਪਣ ਦੀ ਕੋਸ਼ਿਸ਼ ਕੀਤੀ ਆ, ਨਾ ਹੀ ਅਸੀਂ ਕਿਸੇ ਨੂੰ ਮਜਬੂਰ ਕੀਤਾ ਕਿ ਉਹ ਸਾਡੇ ਤੌਰ ਤਰੀਕਿਆਂ ਦੇ ਨਾਲ ਆਪਣੀ ਜ਼ਿੰਦਗੀ ਜੀਣ. ਕਿਉਂ? ਇਹ ਸਵਾਲ ਕਿਹਦੇ ਦਿਮਾਗ ਵਿੱਚ ਆਇਆ? APJ ਅਬਦੁਲ ਕਲਾਮ ਜੀ ਦੇ ਦਿਮਾਗ ਵਿੱਚ. This is because we respect the freedom of others. ਇਹ ਕਿਉਂ ਆ? ਕਿਉਂਕਿ ਅਸੀਂ ਦੂਜਿਆਂ ਦੀ ਆਜ਼ਾਦੀ ਦੀ ਰਿਸਪੈਕਟ ਕਰਦੇ ਹਾਂ, ਇੱਜ਼ਤ ਕਰਦੇ ਹਾਂ. That is why my first vision is that of freedom. ਇਸ ਕਰਕੇ APJ ਅਬਦੁਲ ਕਲਾਮ ਜੀ ਕੀ ਕਹਿੰਦੇ ਨੇ ਕਿ ਮੇਰਾ ਉਹਨਾਂ ਦਾ ਪਹਿਲਾ ਸੁਪਨਾ ਕੀ ਆ? ਆਜ਼ਾਦੀ. I believe that India got its first vision of this in 1857 when we started the War of Independence. ਉਹਨਾਂ ਦੇ ਅਨੁਸਾਰ ਇਹ ਵਿਸ਼ਵਾਸ ਆ ਕਿ 1857 ਦੇ ਵਿੱਚ ਪਹਿਲੀ ਵਾਰੀ ਇਹ ਸੁਪਨਾ ਆਇਆ ਸੀ ਭਾਰਤੀਆਂ ਦੇ ਦਿਮਾਗ ਦੇ ਵਿੱਚ, ਜਦੋਂ ਕਿ ਪਹਿਲੀ ਜੰਗ ਆ ਜਿਹੜੀ ਸ਼ੁਰੂ ਹੋਈ ਸੀ. It is this freedom that we must protect and nurture and build on. ਇਹੀ ਆਜ਼ਾਦੀ ਆ ਇਹੀ ਸਾਨੂੰ ਮਿਲੀ ਹੋਈ ਆਜ਼ਾਦੀ ਆ ਜਿਹਨੂੰ ਅਸੀਂ ਪੋਸ਼ਿਤ ਕੀਤਾ ਤੇ ਜਿਹਦੇ ਉੱਪਰ ਅਸੀਂ ਆਪਣਾ ਦੇਸ਼ ਖੜਾ ਕੀਤਾ. If we are not free, no one will respect us. ਉਹ ਕਹਿੰਦੇ ਜੇ ਆਪਾਂ ਫ੍ਰੀ ਨਹੀਂ ਹੈਗੇ ਮੀਨਸ ਆਪਾਂ ਆਜ਼ਾਦ ਨਹੀਂ ਹੈਗੇ ਕੁਝ ਵੀ ਕਰਨ ਲਈ, ਤਾਂ ਕੋਈ ਵੀ ਸਾਡੀ ਰਿਸਪੈਕਟ ਨਹੀਂ ਕਰ ਸਕਦਾ. My second vision for India is development. ਤੇ ਮੇਰਾ ਦੂਜਾ ਸੁਪਨਾ ਭਾਰਤ ਦੇ ਲਈ ਕੀ ਆ? ਡਿਵੈਲਪਮੈਂਟ, ਤਰੱਕੀ, ਵਿਕਾਸ. For 50 years we have been a developing nations. 50 ਸਾਲਾਂ ਤੋਂ ਅਸੀਂ ਇੱਕ ਵਿਕਾਸਸ਼ੀਲ ਦੇਸ਼ ਹਾਂ, ਮੀਨਸ ਅਸੀਂ ਤਰੱਕੀ ਕਰ ਰਹੇ ਹਾਂ. It is time we see ourselves as a developed nation. ਹੁਣ ਸਮਾਂ ਆ ਜਦੋਂ ਅਸੀਂ ਆਪਣੇ ਆਪ ਨੂੰ ਇੱਕ ਵਿਕਸਿਤ ਦੇਸ਼ ਦੇ ਰੂਪ ਦੇ ਵਿੱਚ ਦੇਖੀਏ, ਮੀਨਸ ਆਪਣਾ ਵਿਕਾਸ ਪੂਰਾ ਹੋ ਜਾਵੇ. We are among top 5 nations of the world in terms of GDP. Gross domestic production, GDP.
ਦੇ ਅਨੁਸਾਰ ਦੇ ਖੇਤਰ ਦੇ ਵਿੱਚ ਅਸੀਂ ਭਾਰਤ ਦੇ ਸੰਸਾਰ ਦੇ ਪਹਿਲੇ ਟੌਪ 5 ਕੰਟਰੀਜ਼ ਦੇ ਵਿੱਚ ਆਉਂਦੇ ਹਾਂ। ਵੀ ਹੈਵ 10% ਗਰੋਥ ਰੇਟ ਇਨ ਮੋਸਟ ਏਰੀਆਜ਼। 10% ਗਰੋਥ ਰੇਟ ਆ ਸਾਡੀ। ਅਵਰ ਪਾਵਰਟੀ ਲੈਵਲਸ ਆਰ ਫਾਲਿੰਗ। ਸਾਡੀ ਜਿਹੜਾ ਗਰੀਬੀ ਲੈਵਲ ਆ ਉਹ ਹੁਣ ਘਟ ਰਿਹਾ ਆ। ਆਵਰ ਅਚੀਵਮੈਂਟਸ ਆਰ ਬੀਇੰਗ ਗਲੋਬਲੀ ਰੈਕੋਗਨਾਈਜ਼ਡ ਟੂਡੇ। ਤੇ ਅੱਜ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹਨੂੰ ਪੂਰੇ ਸੰਸਾਰ ਦੇ ਵਿੱਚ ਜਾਣਿਆ ਜਾ ਰਿਹਾ ਹੈ। Yet we lack the self-confidence to see ourselves as a developed nation, self-reliant and self-assured. Isn't this incorrect? ਫਿਰ ਵੀ ਉਹ ਕਹਿੰਦੇ ਸਾਡੇ ਵਿੱਚ ਹਲੇ ਵੀ ਸਾਡੇ ਵਿੱਚ ਸੈਲਫ ਕੌਨਫੀਡੈਂਸ ਨਹੀਂ ਹੈ। ਕਿ ਇਹ ਗਲਤ ਨਹੀਂ ਹੈ, ਮੀਨ ਸਾਡੇ ਵਿੱਚ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ ਆ ਜੇ ਅਸੀਂ ਇੰਨੀ ਤਰੱਕੀ ਕਰ ਰਹੇ ਹਾਂ ਤਾਂ। ਆਈ ਹੈਵ ਏ ਥਰਡ ਵਿਜ਼ਨ। ਤੀਜਾ ਸੁਪਨਾ ਉਹਨਾਂ ਦਾ ਕੀ ਆ? ਇੰਡੀਆ ਮਸਟ ਸਟੈਂਡ ਅਪ ਟੂ ਵਰਲਡ। Because I believe that unless India stands up to the world, no one will respect us. कि भारत दूजे देशों के सामने खड़ा होवे, मजबूती नाल खड़ा होवे। ते जदों तक भारत इस तरह नहीं खड़ा हुंदा उदों तक रिस्पैक्ट नहीं मिलती। Only strength respects strength। सिर्फ पावर नूं ही पावर द्वारा रिस्पैक्ट दित्ती जाती है। We must be strong not only as a military power but also as economic power। सानू strong होना पाएगा सिर्फ सैनिक रूप दे विच नहीं, आर्थिक रूप दे विच भी। Both must go hand in hand क्योंकि दोनों चीज़ां नालों नाल चलदियां ने। My good fortune was to have worked with 3 great minds। हुण इत्थे APJ अब्दुल कलाम कहंदे ने कि मेरी ये चंगी किस्मत आ कि मैं 3 महान शख्सियतां नाल काम कीता। Dr. Vikram Sarabhai of the Department of Space, Professor Satish Dhawan, who succeeded him, and Dr. Brahm Prakash, father of nuclear material. I was lucky to have worked with all 3 of them closely and consider this the great opportunity of my life। वो कहते इन्हां तिन्नां दे नाल काम करना अपने आप दे विच मेरी बहुत ज़्यादा खुशकिस्मती सी ते मैनू जिंदगी ने यह मौका दिता। We have so many amazing success stories but we refuse to acknowledge them। Why? वो कहते साडे कोल इही जिहियां कई सफलता दीयां कहानियां ने पर असी उहनूं मनदे नहीं, उह ते यकीन नहीं करदे। We are the first in milk production। असी मिल्क प्रोडक्शन दे विच मीनस दुध की पैदावार दे विच असी पहले नंबर ते हां संसार विच। We are number 1 in remote sensing satellites। सैटेलाइट स्थापित करने दे विच असी पहले नंबर ते हां। वी आर द सैकेंड लार्जेस्ट प्रोड्यूसर ऑफ व्हीट। कणक के उत्पादन दे विच असी संसार विच दूजे नंबर ते हां। वी आर द सैकेंड लार्जेस्ट प्रोड्यूसर ऑफ राइस। ते इस तरह चावल के उत्पादन दे विच भी असी दूजे नंबर ते हां। अनदर क्वेश्चन, वाई आर वी एज ए नेशन सो obsessed with foreign things। फिर असी साडे विच इन्नी ज़्यादा विदेशी चीज़ां की वरतों करन दी चाह क्यों आ? Why do we want foreign TVs? Why do we want foreign shirts? Why do we want foreign technology? Why we obsession with everything imported? Do we not realize that self-respect comes with self-reliance? क्यों असी विदेशी टीवी, विदेशी शर्ट, विदेशी पहरावा क्यों असी इन्नियां विदेशी चीज़ां की वरतों करन दा शौक रखते हैं? क्यों सानू ये गल समझ नहीं आती कि साडे सैल्फ रिस्पैक्ट उन्नी देर तक नहीं आती जिन्नी देर तक कि असी अपनियां बनाई उत्पादनां नूं ही वरतदे नहीं। I was in Hyderabad giving this lecture when a 14-year-old girl asked me for my autograph। वो कहंदे मैं हैदराबाद सी जदों मैं लेक्चर दे रहा सी तां एक 14 साल की लड़की ने आके मेरे ऑटोग्राफ मंगे। I asked her what her goal in life is। She replied, I want to live in a developed India। For her, you and I will have to build this developed India। उन्हें मैं तो पूछा कि वो की बनना चाहती है तो उन्हें मैंने जवाब दिता कि मैं की करना कित्थे रहना चाहती हाँ, एक विकसित इंडिया दे विच रहना चाहती हाँ। ते उस लड़की दे लई तुसीं ते असीं APJ कलाम जी की कहते हैं कि उस लड़की दे लई तुसीं ते असीं रल के वो डिवेलप्ड इंडिया बनाउणा है। You must proclaim India is not as underdeveloped nation, it is highly developed nation। तो यह स्वीकारना पड़ेगा कि जिहड़ा भारत आ वह अंडर डिवेलप्ड नहीं है, ये नहीं अल्प विकसित आ, हले विकास हो रहा, एक तरह का विकसित हो चुका देश आ, बहुत तरक्की कर चुके हैं असी। डू यू हैव 10 minutes? अलाउ मी टू टेक यू विद ए वेनिजेंस। 10 मिनट है ने कि
10 minutes for your country and read on. 10 ਮਿੰਟ ਆਪਣੇ ਦੇਸ਼ ਲਈ ਦਿਓ. You say that our government is inefficient. ਤੁਸੀਂ ਕਹਿੰਦੇ ਹੋ ਕਿ ਸਾਡੀ ਜਿਹੜੀ ਸਰਕਾਰ ਆ ਉਹ ਇਨਐਫੀਸ਼ੀਐਂਟ ਆ, ਨਾ ਕਾਬਿਲ ਆ. You say that our laws are too old. ਤੁਸੀਂ ਕਹਿੰਦੇ ਹੋ ਸਾਡਾ ਜਿਹੜਾ ਕਾਨੂੰਨ ਆ ਉਹ ਬਹੁਤ ਪੁਰਾਣਾ ਆ. You say that the municipality does not pick up the garbage. ਤੁਸੀਂ ਕਹਿੰਦੇ ਹੋ ਕਿ ਜਿਹੜੀ ਮਿਊਨਿਸਪੈਲਿਟੀ ਆ ਉਹ ਕੂੜਾ ਪੂਰਾ ਲੈ ਕੇ ਨਹੀਂ ਜਾਂਦੀ. You say that the phones don't work, the railways are a joke, the airlines is the worst in the world. ਤੁਸੀਂ ਕਹਿੰਦੇ ਹੋ ਕਿ ਫੋਨ ਕੰਮ ਨਹੀਂ ਕਰਦੇ, ਰੇਲਵੇ ਦਾ ਕੰਮ ਵਧੀਆ ਨਹੀਂ ਹੈ, 에ਅਰਲਾਈਨਸ ਬੇਕਾਰ ਨੇ ਇੰਡੀਆ ਦੀਆਂ. You say that mails never reach their destination. ਤੁਸੀਂ ਕਹਿੰਦੇ ਹੋ ਕਿ ਮੇਲਸ ਨੇ ਜਿਹੜੀਆਂ ਟਾਈਮ ਤੇ ਨਹੀਂ ਪਹੁੰਚਦੀਆਂ. You say that our country has been fed to dogs and is the absolute pits. ਤੁਸੀਂ ਕਹਿੰਦੇ ਹੋ ਕਿ ਸਾਡੇ ਦੇਸ਼ ਨੂੰ ਕੁੱਤਿਆਂ ਨੂੰ ਖਾਣਾ ਭੋਜਨ ਦੇਣਾ ਚਾਹੀਦਾ, ਤੇ ਤੁਸੀਂ ਕਹਿੰਦੇ ਹੋ ਕਿ ਇਹਦੇ ਵਿੱਚ ਜਿਹੜੇ ਟੋਏ ਟਿੱਬੇ ਨੇ ਜਗ੍ਹਾ ਜਗ੍ਹਾ ਤੇ ਉਹ ਭਰੇ ਜਾਣੇ ਚਾਹੀਦੇ ਨੇ. You say and say, but do you do about it? ਤੁਸੀਂ ਕਹਿੰਦੇ ਹੋ, ਸਿਰਫ ਕਹਿੰਦੇ ਹੋ, ਤੇ ਤੁਸੀਂ ਕਰਦੇ ਕੀ ਹੋ ਇਸ ਲਈ? ਇਹ ਕਿਹਦਾ ਸਵਾਲ ਆ? APJ ਅਬਦੁਲ ਕਲਾਮ ਜੀ ਦਾ. Take a person on his way to Singapore. Give him a name, yours. Give him a face, yours. You walk out of the airport and you are at your international best. In Singapore, you don't throw litter on the roads or eat in the stores. ਤੁਸੀਂ ਕਹਿੰਦੇ ਇਮੇਜਨ ਕਰੋ, ਆਪਣੇ ਆਪ ਨੂੰ ਇਮੇਜਨ ਕਰੋ ਕਿ ਤੁਸੀਂ ਕਿਸੇ ਫੋਰਨ ਕੰਟਰੀ ਜਾਂਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਕਿੱਦਾਂ ਦਾ ਬਿਹੇਵ ਕਰਦੇ ਹੋ. ਉਹ ਕਹਿੰਦੇ ਸਿੰਗਾਪੁਰ ਦੇ ਵਿੱਚ ਕਿਸੇ ਨੂੰ ਵੀ ਅਲਾਉ ਨਹੀਂ ਹੁੰਦਾ ਸੜਕ ਦੇ ਉੱਪਰ ਗੰਦ ਪਾਉਣਾ, ਤੇ ਨਾ ਹੀ ਕੋਈ ਸਟੋਰ ਦੇ ਵਿੱਚ ਖੜ ਕੇ ਜਿੱਥੋਂ ਚੀਜ਼ ਖਰੀਦੀ ਉੱਥੇ ਖੜ ਕੇ ਨਾ ਹੀ ਕੋਈ ਖਾ ਸਕਦਾ ਹੈ. You are so as proud of their underground links as they are. You pay $5 to drive through Orchard Road, equivalent of Mahim Causeway, between 5 p.m. and 8 p.m. You come back to the parking lot to punch your parking ticket. If you have overstayed in restaurant or a shopping mall, irrespective of your status identity in Singapore, you don't say anything, do you? ਤੁਸੀਂ ਆਪਣੀ ਪਾਰਕਿੰਗ ਦੇ ਵਿੱਚ ਇੱਕ ਟਾਈਮ ਲਿੱਤਾ ਕਿ ਆਹ ਟਾਈਮ ਦੇ ਦੌਰਾਨ ਤੁਹਾਡੀ ਪਾਰਕਿੰਗ ਦੇ ਵਿੱਚ ਉੱਥੇ ਗੱਡੀ ਖੜੀ ਆ, ਤੁਸੀਂ ਜਿੱਥੇ ਗਏ, ਸਪੋਜ਼ ਤੁਸੀਂ ਰੈਸਟੋਰੈਂਟ 'ਚ ਗਏ ਜਾਂ ਕਿਸੇ ਹੋਰ ਪਲੇਸ 'ਤੇ ਗਏ, ਪਰ ਉੱਥੇ ਤੁਸੀਂ ਐਕਸੈਸ ਟਾਈਮ ਲਗਾਤਾ, ਤੇ ਆ ਕੇ ਤੁਹਾਡੇ ਤੋਂ ਜੇ ਐਕਸੈਸ ਕਿਰਾਇਆ ਮੰਗਿਆ ਜਾਊਗਾ, ਤੁਸੀਂ ਉੱਥੇ ਕੁਝ ਬੋਲੋਗੇ? ਨਹੀਂ, ਤੁਸੀਂ ਉੱਥੇ ਕੁਛ ਨਹੀਂ ਬੋਲੋਗੇ. You wouldn't dare to eat in public during Ramadan in Dubai. ਦੁਬਈ ਦੇ ਵਿੱਚ ਤੁਸੀਂ ਪਬਲਿਕ ਦੇ ਵਿੱਚ ਖਾ ਨਹੀਂ ਸਕਦੇ. You would not dare to go out without your head covered in Jeddah. You would not dare to buy an employee of telephone exchange in London at 10 pounds a month to see to it that my STD and IST calls are billed to someone else. ਜੋ ਕੁਝ ਇੰਡੀਆ ਦੇ ਵਿੱਚ ਲੋਕ ਕਰਦੇ ਨੇ, ਤੁਸੀਂ ਕਿਸੇ ਹੋਰ ਦੇਸ਼ ਦੇ ਵਿੱਚ ਉਹ ਕੁਝ ਜਾ ਕੇ ਨਹੀਂ ਕਰ ਸਕਦੇ. ਤੁਸੀਂ ਉੱਥੇ ਜਾ ਕੇ ਟੈਲੀਫੋਨ ਦੇ ਮਾਲਕ ਨੂੰ ਖਰੀਦ ਕੇ ਇਹ ਨਹੀਂ ਕਹਿ ਸਕਦੇ, ਪੈਸੇ ਰਿਸ਼ਵਤ ਦੇ ਕੇ ਇਹ ਨਹੀਂ ਕਹਿ ਸਕਦੇ ਕਿ ਤੁਹਾਡਾ ਬਿੱਲ ਕਿਸੇ ਹੋਰ ਦੇ ਨਾਮ ਤੇ ਪਾ ਦਿੱਤਾ ਜਾਵੇ. You would not dare to eat in public during Ramadan in Dubai. You would not dare to speed beyond 55 mph in Washington and then tell the traffic cop, जानता है मैं कौन हूँ? Do you know who I am? I am so and so on. Take your $2 and get lost. ਵਾਸ਼ਿੰਗਟਨ ਦੇ ਵਿੱਚ ਤੁਸੀਂ ਆਪਣੀ ਕਾਰ ਆ ਜਿਹੜੀ ਉਹ 88 ਕਿਲੋਮੀਟਰ ਪਰ ਆਵਰ ਦੀ ਸਪੀਡ ਤੋਂ ਵੱਧ ਨਹੀਂ ਚਲਾ ਸਕਦੇ, ਤੇ ਨਾ ਹੀ ਉੱਥੇ ਜੇ ਤੁਹਾਨੂੰ ਕੋਈ ਟ੍ਰੈਫਿਕ ਪੁਲਿਸ ਵਾਲਾ ਰੋਕਦਾ ਆ ਤੁਸੀਂ ਇਹਨੂੰ ਇਹ ਕਹਿ ਸਕਦੇ ਹੋ, ਜਾਣਤਾ ਹੈ ਮੈਂ ਕੌਣ ਹੂੰ? ਨਹੀਂ, ਤੁਸੀਂ ਉੱਥੇ ਕਿਸੇ ਨੂੰ ਰਿਸ਼ਵਤ ਨਹੀਂ ਦੇ ਸਕਦੇ. You wouldn't chunk an empty coconut shell anywhere other than the garbage pail on the beaches in Australia and New Zealand. ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਆਪਣਾ ਨਾਰੀਅਲ ਪਾਣੀ ਪੀਣ ਤੋਂ ਬਾਅਦ ਜਿਹੜਾ ਉਹਦੀ ਵੇਸਟ ਆ ਉਹ ਇਸ ਤਰ੍ਹਾਂ ਹੀ ਸੜਕ 'ਤੇ ਜਾਂ ਸਮੁੰਦਰ ਦੇ ਕਿਨਾਰੇ ਨਹੀਂ ਸਿੱਟ ਸਕਦੇ, ਤੁਸੀਂ ਉਹਨੂੰ ਕਿਹਦੇ 'ਚ ਹੀ ਪਾਓਗੇ? ਉੱਥੇ ਡਸਟਬਿਨ ਦੇ ਵਿੱਚ. Why don't you spit pan on the streets of Tokyo? ਟੋਕੀਓ ਦੀਆਂ ਸੜਕਾਂ ਦੇ ਉੱਪਰ ਜਿਹੜਾ ਤੁਸੀਂ ਪਾਨ ਆ ਉਹ ਰਸਤੇ ਦੇ ਵਿੱਚ ਗਲੀ ਗਲੀ ਦੇ ਵਿੱਚ ਕਿਉਂ ਨਹੀਂ ਥੁੱਕਦੇ? Why don't you use examination jockeys or buy fake certificates in Boston? Boston ਦੇ ਵਿੱਚ ਤੁਸੀਂ ਐਗਜ਼ਾਮੀਨੇਸ਼ਨ ਦੇ ਵਿੱਚ ਜਿਹੜੇ ਗਲਤ ਤੌਰ ਤਰੀਕੇ ਅਪਣਾਏ ਜਾਂਦੇ ਨੇ ਪਾਸ ਹੋਣ ਦੇ ਲਈ, ਜਾਂ ਜਿਹੜੇ ਫੇਕ ਸਰਟੀਫਿਕੇਟ ਖਰੀਦੇ ਜਾਂਦੇ ਨੇ, ਉਹ ਨਹੀਂ ਕਰ ਸਕਦੇ. We are still talking of same you
who can respect and conform to the foreign system in other countries but cannot in your own ਤੁਸੀਂ ਫਿਰ ਅਸੀਂ ਗੱਲ ਕਰਦੇ ਹਾਂ ਤੁਸੀਂ ਜਿਹੜੇ ਕਿ ਇਹ ਸਾਰੀਆਂ ਗੱਲਾਂ ਕਹਿੰਦੇ ਹੋ ਕਿ ਇੰਡੀਆ ਦੇ ਵਿੱਚ ਆ ਨਹੀਂ ਹੈ, ਇੰਡੀਆ 'ਚ ਉਹ ਨਹੀਂ ਹੈ, ਉਹੀ ਤੁਸੀਂ ਹੋ ਫੋਰਨ ਦੇਸ਼ ਦੇ ਵਿੱਚ ਜਾ ਕੇ ਤੁਸੀਂ ਰੂਲਸ ਨੂੰ ਮੰਨਦੇ ਹੋ। You who will throw papers and garbage on the road the moment you touch Indian ground। ਫੋਰਨ ਕੰਟਰੀ 'ਚੋਂ ਵਾਪਸ ਆ ਕੇ ਜਿਵੇਂ ਹੀ ਤੁਸੀਂ ਭਾਰਤੀ ਧਰਤੀ ਤੇ ਉਤਰਦੇ ਹੋ ਤੁਸੀਂ ਫਿਰ ਗਾਰਬੇਜ ਕੂੜਾ ਕਰਕਟ ਕਾਗਜ਼ ਬਿਲਕੁਲ ਉਸੇ ਤਰ੍ਹਾਂ ਗਰਾਊਂਡ ਦੇ ਉੱਪਰ ਸੁੱਟ ਦਿੰਦੇ ਹੋ। ਇਫ ਯੂ ਕੈਨ ਬੀ ਐਨ ਇਨਵੋਲਵਡ ਐਂਡ ਐਪਰੀਸ਼ੀਏਟਿਵ ਸਿਟੀਜ਼ਨ ਇਨ ਐਨ एलियन कंट्री वाई कैन नॉट यू बी द सेम हेयर इन इंडिया। जे तुसी दूजे देश दे विच जाके इन्नी चंगी तरह अनुशासन दे विच रह सकदे हो फिर तुसी अपने देश दे विच क्यों इस तरह नहीं कर सकदे। Once in an interview, the famous ex-municipal commissioner of Bombay, Mr. Tinankar, had a point to make. Rich people's dogs are walked on the streets to leave their effluent dropping all over the place, he said. And then the same people turn around to criticize and blame the authorities for inefficiency and dirty pavements। एक बारी एक म्यूनसिपल बॉम्बे के म्यूनसिपल कमिश्नर ने गल की कि लोग आम तौर पर उन्होंने ये रिपोर्ट देंगे ने कि जगह जगह ते कुत्ते जिहड़े गंद फैलाते फिरते हैं सड़कों पर ते उही रिच पीपल आप अपने कुत्तियां नूं भेज देंगे ने सड़कों पर सवेर नाल घरों कढ़ देंगे ने ताकि वो अपना जिहड़ा गंद आ वो कित्थे पा के आण सड़कों पर पा के आण। What do they expect the officers to do? Go down with a broom every time their dog feels the pressure in his bowels? वो कहते ਉਹ ਜਿਹੜੇ ਲੋਕ ਉਹਨਾਂ ਨੂੰ ਕੰਪਲੇਂਟ ਕਰਦੇ ਨੇ ਤੇ ਉਹੀ ਲੋਕ ਖੁਦ ਆਪਣੇ ਕੁੱਤਿਆਂ ਨੂੰ ਸੜਕਾਂ ਤੇ ਛੱਡਦੇ ਨੇ। ਉਹ ਕੀ ਚਾਹੁੰਦੇ ਨੇ ਕਿ ਜਿਹੜੇ ਇਹ ਗਵਰਨਮੈਂਟ EMPLOYEES ਨੇ ਜਾਂ ਜਿਹੜੇ ਇਹ ਮਿਊਨਿਸਪਲ ਕਮਿਸ਼ਨਰ ਆ ਜਾਂ ਮਿਊਨਿਸਪਲ 'ਚ ਲੱਗੇ ਹੋਏ ਜਿਹੜੇ ਲੋਕ ਨੇ ਸਫਾਈ ਕਰਤਾ ਨੇ ਉਹ ਕੀ ਹਰ ਟਾਈਮ ਜਦੋਂ ਜਦੋਂ ਉਹਨਾਂ ਦਾ ਕੁੱਤਾ ਬਾਹਰ ਜਾਵੇ ਉਸ ਟਾਈਮ अपना समान लैके पहुँच जान उत्थे सफाई करन दे लई। सेम इन जापान अमेरिका इन अमेरिका एवरी डॉग ओनर हैज़ टू क्लीन अप आफ्टर हिज पैट हैज़ डन द जॉब। अमेरिका दे विच हरेक पैट दे ओनर नूं अपना खुद सफाई करनी पैंदी है जे किते उहदा पैट आ उत्थे किते गंद पा के आंदा ते यही चीज़ जापान दे विच आ। विल द इंडियन सिटीजनस डू दैट हियर? भारतीय सिटीजनस इदां करनगे? He is right. We go to the polls to choose a government and after that forfeit all responsibilities। ਅਸੀਂ ਜਾਂਦੇ ਹਾਂ ਵੋਟਾਂ ਪਾਉਂਦੇ ਹਾਂ ਤੇ ਆਪਣਾ ਪ੍ਰਤੀਨਿਧੀ ਚੁਣਦੇ ਹਾਂ ਤੇ ਉਸ ਤੋਂ ਬਾਅਦ ਉਹ ਵੀ ਆਪਣੇ ਵਾਅਦੇ ਮੁੱਕਰ ਜਾਂਦੇ ਨੇ ਤੇ ਅਸੀਂ ਵੀ ਮੁੱਕਰ ਜਾਂਦੇ ਹਾਂ। We sit back wanting to be pampered and expect the government to do everything for us। ਤੇ ਅਸੀਂ ਕੀ ਚਾਹੁੰਦੇ ਹਾਂ? ਅਸੀਂ ਖੁਦ ਆਰਾਮ ਕਰੀਏ ਜੋ ਚਾਹੀਏ ਉਹ ਕਰੀਏ ਤੇ ਗਵਰਨਮੈਂਟ ਤੋਂ ਐਕਸਪੈਕਟ ਕਰਦੇ ਹਾਂ ਕਿ ਉਹ सारा काम करे। वाइल्स्ट आवर कॉन्ट्रीब्यूशन इज टोटली नैगेटिव जदों कि साडा आपदा कॉन्ट्रीब्यूशन साडा आपदा योगदान कितना आ बिल्कुल ना मात्र बिल्कुल नैगेटिव। वी एक्सपेक्ट द गवर्नमेंट टू क्लीन अप बट वी आर नॉट गोइंग टू स्टॉप चकिंग गारबेज ऑल ओवर द प्लेस। असी चाहते हैं कि गवर्नमेंट सफाई करे पर असी खुद कूड़े नूं जगह जगह ते सिट्टणों नहीं हटते। Nor are we going to stop the pick up a stray piece of paper and throw it in the bin। ਤੇ ਨਾ ਹੀ ਅਸੀਂ ਆਪਣੀ ਇਹ ਆਦਤ ਪਾਉਂਦੇ ਆ ਕਿ ਜੇ ਸਾਨੂੰ ਵੀ ਕਿਤੇ ਕਾਗਜ਼ ਦਾ ਟੁਕੜਾ ਪਿਆ ਹੋਇਆ ਮਿਲਦਾ ਆ ਅਸੀਂ ਉਸ ਨੂੰ ਡਸਟਬਿਨ ਦੇ ਵਿੱਚ ਸੁੱਟ ਦਈਏ। We expect the railways to provide clean bathrooms but we are not going to learn the proper use of bathrooms। ਅਸੀਂ ਰੇਲਵੇ ਤੋਂ ਐਕਸਪੈਕਟ ਕਰਦੇ ਹਾਂ ਕਿ ਉੱਥੇ ਜਿਹੜੇ ਬਾਥਰੂਮਸ ਨੇ ਉਹ ਪੂਰੇ ਕਲੀਨ ਹੋਣੇ ਚਾਹੀਦੇ ਆ ਪਰ ਅਸੀਂ ਖੁਦ ਆਪਣੇ ਤੌਰ ਤਰੀਕੇ ਕਿ ਬਾਥਰੂਮ ਨੂੰ ਕਿਵੇਂ ਸਹੀ ਤਰੀਕੇ ਨਾਲ ਯੂਜ਼ ਕਰਨਾ ਹੈ ਉਹ ਨਹੀਂ ਅਸੀਂ ਸਿੱਖ ਸਕਦੇ। We want Indian Airlines and Air India to provide the best of the food and toiletries but we are not going to stop pilfering at the least opportunity। This applies even to the staff that is not to pass on the service to the public। ਅਸੀਂ ਹਰੇਕ ਤੋਂ ਚਾਹੇ ਉਹ ਰੇਲਵੇ ਆ ਚਾਹੇ ਉਹ 에ਅਰਲਾਈਨਸ ਆ ਅਸੀਂ ਹਰੇਕ ਤੋਂ ਵਧੀਆ ਸਰਵਿਸ ਐਕਸਪੈਕਟ ਕਰਦੇ ਹਾਂ ਪਰ ਖੁਦ ਅਸੀਂ ਆਪਣਾ ਯੋਗਦਾਨ ਦੇਣ ਦੇ ਲਈ ਕਿਤੇ ਵੀ ਤਿਆਰ ਨਹੀਂ ਹਾਂ। When it comes to burning social issues like those related to women, dowry, girl child and others, we make loud drawing room protestations and continue to do the reverse
at home, our excuse. It's the whole system which has to change. How will it matter if I alone forgo my son's right to a dowry? ਸੇਮ ਇਸੇ ਤਰ੍ਹਾਂ ਜੇ ਕਿਸੇ ਲੜਕੀ ਦੇ ਨਾਲ ਮਾੜਾ ਹੁੰਦਾ ਆ ਤਾਂ ਅਸੀਂ ਉਹਦੇ ਖਿਲਾਫ ਧਰਨੇ ਕਰਦੇ ਹਾਂ, ਅਸੀਂ ਸੜਕਾਂ 'ਤੇ ਉਤਰ ਆਉਂਦੇ ਹਾਂ, ਦਹੇਜ ਦੇ ਖਿਲਾਫ ਅਸੀਂ ਸੜਕਾਂ 'ਤੇ ਉਤਰ ਆਉਂਦੇ ਹਾਂ। ਅਤੇ ਜਦੋਂ ਕੋਈ ਸਾਨੂੰ ਸਵਾਲ ਕਰਦਾ ਹੈ ਕਿ ਤੁਸੀਂ ਆਪਣੇ ਲੜਕੇ ਦੇ ਵਿਆਹ ਦੇ ਵਿੱਚ ਦਹੇਜ ਲਿਆ, ਤਾਂ ਉਸ ਟਾਈਮ ਸਾਡੇ ਕੋਲ ਇਹ ਐਕਸਕਿਊਜ਼ ਹੁੰਦਾ ਆ ਕਿ ਇਕੱਲੇ ਮੇਰੇ ਬਦਲੇ ਨਾਲ ਕੁਛ ਨਹੀਂ ਹੋਣਾ, ਪੂਰਾ ਸਿਸਟਮ ਹੀ ਬਦਲਣਾ ਪੈਣਾ ਆ। ਸੋ ਹੂ ਇਜ਼ ਗੋਇੰਗ ਟੂ ਚੇਂਜ ਦਾ ਸਿਸਟਮ? ਅਤੇ ਜਿਹੜਾ ਇਹ ਸਿਸਟਮ ਆ ਇਹ ਬਦਲਣਾ ਕਿਹਨੇ ਆ? What does a system consist of? System ਬਣਿਆ ਕਾਹਦਾ ਆ? Very conveniently for us it consists of our neighbors, other households, other cities, other communities and the government, but definitely not me and you. ਪਰ ਸਾਡੇ ਲਈ ਕੀ ਆ ਜਿਹੜਾ ਸਿਸਟਮ ਕਾਹਦਾ ਬਣਿਆ? ਸਾਡੇ ਗੁਆਂਢੀਆਂ ਨਾਲ ਬਣਿਆ, ਸਾਡੇ ਸ਼ਹਿਰ ਦੇ ਲੋਕਾਂ ਨਾਲ ਬਣਿਆ, ਸਰਕਾਰ ਨਾਲ ਬਣਿਆ, ਪਰ ਸਾਡੇ ਨਾਲ ਨਹੀਂ ਬਣਿਆ। ਮੀਨਸ ਅਸੀਂ ਆਪਣੇ ਆਪ ਨੂੰ ਸਿਸਟਮ ਦਾ ਹਿੱਸਾ ਨਹੀਂ ਮੰਨਦੇ। ਜਦੋਂ ਕੋਈ ਚੀਜ਼ ਗਲਤ ਹੁੰਦੀ ਆ ਉਦੋਂ ਅਸੀਂ ਆਪਣੇ ਆਪ ਨੂੰ ਸਿਸਟਮ ਦਾ ਹਿੱਸਾ ਨਹੀਂ ਮੰਨਦੇ। When it comes to us actually making a positive contribution to the system, we lock ourselves along with our families into a safe cocoons and look into the distance at countries far away and wait for a Mr. Clean to come along and work miracles for us with a majestic sweep of his hand, and we leave the country and run away. ਤੇ ਜਦੋਂ ਸਾਡੇ ਯੋਗਦਾਨ ਦੀ ਵਾਰੀ ਆਉਂਦੀ ਆ ਤਾਂ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਦੇ ਨਾਲ ਬੰਦ ਕਰ ਲੈਂਦੇ ਆ ਇੱਕ ਕਮਰੇ ਦੇ ਵਿੱਚ। ਫਿਰ ਅਸੀਂ ਐਕਸਪੈਕਟ ਕਰਦੇ ਆ ਕਿ ਕੋਈ ਮਿਸਟਰ ਕਲੀਨ ਆਵੇ ਤੇ ਆਪਣੇ ਜਾਦੂ ਦੇ ਨਾਲ, ਜਾਦੂਈ ਬਰੂਮ ਦੇ ਨਾਲ ਸਾਰੀ ਸਫਾਈ ਕਰ ਦੇਵੇ। Like lazy cowards hounded by our fears, we run to America to bask in their glory and praise their system. ਅਸੀਂ ਅਮਰੀਕਾ ਜਾਂਦੇ ਆ ਉੱਥੋਂ ਦੇ ਸਿਸਟਮ ਦੀ ਪ੍ਰੇਜ਼ ਕਰਨ ਦੇ ਲਈ। When New York becomes insecure, we run to England. ਜਦੋਂ ਨਿਊਯਾਰਕ ਦੇ ਵਿੱਚ ਅਸੀਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਾਂ ਫਿਰ ਅਸੀਂ ਇੰਗਲੈਂਡ ਨੂੰ ਦੌੜ ਲੈਂਦੇ ਹਾਂ। When England experiences unemployment, we take the next flight out to the Gulf. ਜਦੋਂ ਇੰਗਲੈਂਡ ਦੇ ਵਿੱਚ ਸਾਨੂੰ ਕੰਮ ਨਹੀਂ ਮਿਲਦਾ ਫਿਰ ਅਸੀਂ ਕਿਸੇ ਹੋਰ ਦੇਸ਼ ਨੂੰ ਭੱਜਦੇ ਹਾਂ। When Gulf import struck, we demand to be rescued and brought home by the Indian government. ਤੇ ਜਦੋਂ ਹੋਰ ਕਿਸੇ ਦੇਸ਼ ਦੇ ਵਿੱਚ ਵੀ ਕੁਝ ਮਾੜਾ ਵਾਪਰਦਾ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ, ਕਿਉਂਕਿ ਅਸੀਂ ਭਾਰਤੀ ਹਾਂ ਇਸ ਕਰਕੇ ਭਾਰਤ ਸਰਕਾਰ ਸਾਨੂੰ ਵਾਪਸ ਲੈ ਕੇ ਆਵੇ, ਸਾਡਾ ਧਿਆਨ ਰੱਖੇ। Everybody is out to abuse and rape the country. Nobody thinks of feeding the system. Our conscience is mortgaged to money. ਹਰੇਕ ਬੁਰਾ ਬੋਲਦਾ ਆ, ਹਰੇਕ ਖੁਦ ਮਾੜਾ ਕਰਦਾ ਆ, ਪਰ ਅਸੀਂ ਖੁਦ ਸਿਸਟਮ ਨੂੰ ਆਪਣਾ ਯੋਗਦਾਨ ਨਹੀਂ ਦਿੰਦੇ। Dear Indians, the article is highly thorough and inductive. It calls for a great deal of introspection and pricks one's conscience too. I am echoing J.F. Kennedy's words to his fellow Americans to relate to India. ਇੱਥੇ ਹੁਣ APJ ਅਬਦੁਲ ਕਲਾਮ ਇੱਕ ਕੁਛ ਸ਼ਬਦ ਜਿਹੜੇ ਕਿ ਅਮਰੀਕਾ ਦੇ ਵਿੱਚ J.F. ਕੈਨੇਡੀ ਨੇ ਆਪਣੇ ਪੀਪਲ ਨੂੰ ਕਹੇ ਸੀ ਉਹ ਬੋਲਣੇ ਚਾਹ ਰਹੇ ਨੇ। ਆਸਕ ਵਟ ਵੀ ਕੈਨ ਡੂ ਫॉर ਇੰਡੀਆ ਐਂਡ ਡੂ ਵਟ ਹੈਜ਼ ਟੂ ਬੀ ਡਨ ਟੂ ਮੇਕ ਇੰਡੀਆ ਵਟ ਅਮਰੀਕਾ ਐਂਡ ਅਦਰ ਵੈਸਟਰਨ ਕੰਟਰੀਜ਼ ਆਰ ਟੂਡੇ। ਉਹ ਕਹਿੰਦੇ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਭਾਰਤ ਦੇ ਲਈ ਕੀ ਕਰ ਸਕਦੇ ਹੋ ਜੋ ਅਮਰੀਕਾ ਤੇ ਹੋਰ ਵੈਸਟਰਨ ਕੰਟਰੀਜ਼ ਨੇ ਕੀਤਾ। ਲੈਟ ਅਸ ਡੂ ਵਟ ਇੰਡੀਆ ਨੀਡਸ ਫਰਮ ਅਸ। APJ ਅਬਦੁਲ ਕਲਾਮ ਜੀ ਕੀ ਕਹਿੰਦੇ ਨੇ ਅੰਤ ਦੇ ਵਿੱਚ ਕਿ ਚਲੋ ਆਪਾਂ ਸਾਰੇ ਉਹ ਕਰੀਏ ਜੋ ਭਾਰਤ ਸਾਡੇ ਤੋਂ ਡਿਮਾਂਡ ਕਰਦਾ ਹੈ। ਮੀਨਸ ਜੇ ਅਸੀਂ ਭਾਰਤ ਨੂੰ ਵੀ ਬਾਕੀ ਦੇਸ਼ਾਂ ਦੀ ਤਰ੍ਹਾਂ ਪੂਰੇ ਅਨੁਸ਼ਾਸਨ ਵਾਲਾ ਤੇ ਆਪਣੇ ਸੁਪਨਿਆਂ ਦਾ ਭਾਰਤ ਬਣਾਉਣਾ ਚਾਹੁੰਦੇ ਹਾਂ ਤਾਂ ਉਸ ਦੇ ਲਈ ਸਾਨੂੰ ਖੁਦ ਯੋਗਦਾਨ ਦੇਣਾ ਪਏਗਾ। ਮੀਨਸ ਵੀ ਹੈਵ ਟੂ ਡੂ ਆਵਰ own work if we want India to be a developed country. I hope you will follow the advice of APJ Abdul Kalam ji and also understand the chapter. Have a nice day.